ਹੈਲੋ एवरीवन ਮਾਈ ਨੇਮ ਇਜ਼ ਪਰਮਪ੍ਰੀਤ ਕੌਰ ਔਰ ਅੱਜ ਆਪਾਂ ਇੱਕ ਟਾਸਕ ਦਾ ਕੁਐਸਚਨ ਡਿਸਕਸ ਕਰਨ ਜਾ ਰਹੇ ਹਾਂ। ਕੁਐਸਚਨ ਹੈ ਇਨ ਦ ਪਾਸਟ most people worked for small businesses while more people now work for large businesses। ਪਾਸਟ ਦੇ ਵਿੱਚ ਕੀ ਸੀ? ਜ਼ਿਆਦਾਤਰ ਲੋਕ ਸਮਾਲ ਬਿਜ਼ਨੈਸਸ ਵਿੱਚ ਕੰਮ ਕਰਨਾ ਪਸੰਦ ਕਰਦੇ ਸੀ ਪਰ ਹੁਣ ਲਾਰਜ ਬਿਜ਼ਨੈਸਸ ਵਿੱਚ ਕੰਮ ਕਰਦੇ ਨੇ। ਡੂ ਦ ਐਡਵਾਂਟੇजेस ਆਫ ਦਿਸ ਆਊਟਵੇ ਦ ਡਿਸਐਡਵਾਂਟੇजेस? ਕੀ ਇਹਦੀ ਐਡਵਾਂਟੇजेस ਆਊਟਵੇ ਕਰਦੀਆਂ ਇਹਦੀ ਡਿਸਐਡਵਾਂਟੇजेस ਨੂੰ? ਰਾਈਟ। ਸੋ ਆਪਣੇ ਕੋਲੇ ਜੋ ਇਹ ਕੁਐਸਚਨ ਹੈ ਇਹ ਬਿਜ਼ਨਸ ਦੇ ਰਿਲੇਟਡ ਹੈ। ਸੋ ਜਿੰਨੀ ਵੀ ਵੋਕੈਬਲਰੀਜ਼ ਔਰ ਸਿਨੋਨਿਮਸ ਮੈਂ ਅੱਜ ਤੁਹਾਡੇ ਨਾਲ ਡਿਸਕਸ ਕਰੂੰਗੀ ਉਹ ਬਿਜ਼ਨਸ ਦਾ ਟੌਪਿਕ ਕਵਰ ਕਰੇਗੀ। ਸੋ ਦੈਟ ਅਗਰ ਤੁਹਾਨੂੰ ਕਦੇ ਵੀ ਆਇਲਸ ਦੇ ਐਗਜ਼ਾਮ 'ਚ ਜਾਂ ਕਿਤੇ ਵੀ ਤੁਹਾਨੂੰ ਬਿਜ਼ਨਸ ਰਿਲੇਟਡ ਵੋਕੈਬਸ ਦੀ ਲੋੜ ਪਏ ਤਾਂ ਤੁਸੀਂ ਇਹ ਯੂਜ਼ ਕਰ ਸਕਦੇ ਹੋ। ਇਹਦੇ ਨਾਲ ਹੀ ਨਾਲ ਮੈਂ ਕੁਝ ਆਈਡੀਆਜ਼ ਵੀ ਕਵਰ ਕਰੂੰਗੀ ਜੋ ਤੁਹਾਡੇ ਟਾਸਕ 2 ਦੇ ਪੈਰਾਗ੍ਰਾਫਸ ਨੂੰ ਸ਼ੇਪ ਅਪ ਕਰੇ। ਇਹ ਆਈਡੀਆਜ਼ ਦੇ ਵਿੱਚ ਤੁਹਾਨੂੰ ਟੌਪਿਕ ਰਿਲੇਟਡ ਵੋਕੈਬ ਵੀ ਮਿਲੇਗੀ। ਦੈਟ ਮੀਨਸ ਆਪਣੇ ਸੈਂਟੈਂਸਸ 'ਚ ਤੁਸੀਂ ਕਿਹੜੀ ਵੋਕੈਬਲਰੀ ਇੰਕਲੂਡ ਕਰ ਸਕਦੇ ਹੋ ਉਹਨਾਂ ਆਈਡੀਆਜ਼ ਨੂੰ ਐਕਸਪਲੇਨ ਕਰਦੇ ਹੋਏ ਉਹ ਵੀ ਮੈਂ ਤੁਹਾਨੂੰ ਪ੍ਰੋਵਾਈਡ ਕਰੂੰਗੀ। ਸੋ ਲੈਟਸ ਨਾਟ ਵੇਸਟ ਐਨੀ ਮੋਰ ਟਾਈਮ ਐਂਡ ਕੁਇਕਲੀ ਡੈਲਵ ਇਨਟੂ ਦ ਵੀਡੀਓ। ਸੋ ਸਭ ਤੋਂ ਪਹਿਲਾਂ ਆਪਣੀ ਇਹ ਜੋ ਟਾਸਕ 2 ਹੈ ਇਹਦੇ ਵਿੱਚ ਬਿਜ਼ਨੈਸਸ ਰਿਲੇਟਡ ਗੱਲ ਕੀਤੀ ਹੈ। ਸੋ ਬਿਜ਼ਨੈਸਸ ਦੇ ਲਈ ਆਪਾਂ ਕੀ ਵਰਡਸ ਯੂਜ਼ ਕਰਾਂਗੇ? ਕੰਪਨੀਜ਼, ਫਰਮਸ, organization, corporation, agency, establishment, venture, enterprise, right? So companies ਦੇ synonyms ਮੈਂ ਤੁਹਾਨੂੰ ਪ੍ਰੋਵਾਈਡ ਕੀਤੇ। ਨੈਕਸਟ ਤੁਸੀਂ ਅਗਰ ਮਾਡਰਨ ਏਰਾ ਦੀ ਗੱਲ ਕਰਨੀ ਹੈ ਤਾਂ ਤੁਸੀਂ ਕੰਟੈਂਪਰੇਰੀ ਏਰਾ, ਮਾਡਰਨ ਏਜ, ਮਾਡਰਨ ਏਰਾ, ਨਿਓਟੈਰਿਕ ਏਰਾ ਇਹ ਵਰਡਸ ਇੰਕਲੂਡ ਕਰ ਸਕਦੇ ਹੋ। ਮਲਟੀਨੈਸ਼ਨਲ ਕੰਪਨੀ ਬਿਗ ਕੰਪਨੀ ਨੂੰ ਰਿਪਰੈਜ਼ੈਂਟ ਕਰਦੀ ਹੈ। ਵੈਂਚਰ ਵਰਡ ਤੁਸੀਂ ਵਿੱਚ ਇੰਕਲੂਡ ਕਰ ਸਕਦੇ ਹੋ। ਵੈਂਚਰ ਮੀਨਸ ਬਿਜ਼ਨਸ, ਬਿਜ਼ਨਸ ਟਾਈਕੂਨਸ। ਬਿਜ਼ਨਸ ਟਾਈਕੂਨ ਮੀਨਸ ਐਂਟਰਪ੍ਰੇਨਿਓਰਸ। ਬਹੁਤ ਬੜੇ ਬੜੇ ਬਿਜ਼ਨਸ ਪਰਸਨ ਹੁੰਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ? ਬਿਜ਼ਨਸ ਟਾਈਕੂਨਸ। ਐਂਟਰਪ੍ਰੇਨਿਓਰਸ, ਹਾਊ ਇਟ ਇਜ਼ ਪ੍ਰੋਨਾਊਂਸਡ? ਐਂਟਰਪ੍ਰੇਨਿਓਰਸ। ਜਾਇੰਟ ਬਿਜ਼ਨੈਸਸ, ਜਾਇੰਟ ਬਿਜ਼ਨਸ, ਰਾਈਟ। ਇਹ ਤੁਸੀਂ ਵਿੱਚ ਵੋਕੈਬਸ ਇੰਕਲੂਡ ਕਰ ਸਕਦੇ ਹੋ, ਰਾਈਟ। ਸੋ ਸਭ ਤੋਂ ਪਹਿਲਾਂ ਆਪਾਂ ਪਹਿਲਾ ਪੁਆਇੰਟ ਟੱਚ ਕਰਦੇ ਹਾਂ, ਇਹਦੇ ਬੈਨੀਫਿਟਸ ਦੀ ਗੱਲ ਕਰਦੇ ਹਾਂ। ਚਲੋ, offer better wages to employees। ਹੁਣ ਇਹ ਬਿਗ ਕੰਪਨੀਆਂ ਨੇ ਤਾਂ ਇਹ ਬੈਟਰ ਸੈਲਰੀ, ਬੈਟਰ ਵੇजेस ਦੇਣਗੇ। ਸੋ ਆਪਾਂ ਉਹਨੂੰ ਕੀ ਵੇजेस ਦੇ ਲਈ ਆਪਾਂ ਵਰਡ ਯੂਜ਼ ਕਰ ਸਕਦੇ ਹਾਂ ਰਿਮਿਨਰੇਸ਼ਨ। ਰਿਮਿਨਰੇਸ਼ਨ ਮੀਨਸ ਸੈਲਰੀ। ਨੈਕਸਟ ਪੁਆਇੰਟ ਇਜ਼ ਲਾਰਜ ਕੰਪਨੀਜ਼ ਆਰ ਮੇਨਲੀ ਟਰਸਟਡ ਫॉर ਇਟਸ ਗੁੱਡਸ ਐਂਡ ਸਰਵਿਸਿਜ਼। ਜੋ ਵੱਡੀ ਕੰਪਨੀਆਂ ਹੈ ਉਹਨਾਂ ਨੂੰ ਜ਼ਿਆਦਾਤਰ ਯਕੀਨ ਕੀਤਾ ਜਾਂਦਾ ਉਹਨਾਂ ਦੇ ਗੁੱਡਸ, ਸਰਵਿਸਿਜ਼, ਪ੍ਰੋਡਕਟਸ, ਕਮੋਡਿਟੀਜ਼, ਆਈਟਮਸ ਦੇ ਲਈ, ਰਾਈਟ। ਇਹ ਵਰਡਸ ਤੁਸੀਂ ਇੰਕਲੂਡ ਕਰ ਸਕਦੇ ਹੋ। Next, they are more safe and secure and give best services to employees। ਇਹ ਬਹੁਤ ਜ਼ਿਆਦਾ ਸਿਕਿਉਰ ਹੁੰਦੇ ਨੇ ਔਰ ਬੈਸਟ ਦੇ ਲਈ ਤੁਸੀਂ ਆਈਡੀਅਲ, IDEAL, ਆਈਡੀਅਲ ਸਰਵਿਸਿਜ਼ ਵੀ ਕਹਿ ਸਕਦੇ ਹੋ। Next point is large companies have specific targets and more understanding about market demands। ਜੋ big companies ਆ ਉਹਨਾਂ ਦੇ targets ਹੁੰਦੇ ਨੇ। Next is large companies give more confidence and pride to employees because its name and brand is more common in daily life। ਸੋ ਕੋਈ ਪਰਸਨ ਅਗਰ ਵੱਡੀ ਕੰਪਨੀ ਦੇ ਵਿੱਚ ਕੰਮ ਕਰਦਾ ਤਾਂ ਉਹਦੇ ਵਿੱਚ ਵਧੀਆ ਕੌਨਫੀਡੈਂਸ, ਵਧੀਆ ਪ੍ਰਾਈਡ ਹੋਏਗਾ ਕਿਉਂਕਿ ਉਹ ਇੱਕ ਇਹੋ ਜਿਹੇ ਬ੍ਰਾਂਡ ਦਾ ਪਾਰਟ ਹੈ ਜੋ ਹਰ ਇੱਕ ਪਰਸਨ ਉਸ ਬ੍ਰਾਂਡ ਨੂੰ ਜਾਣਦਾ ਹੈ। ਸੋ your point must be like this, large companies give more confidence and pride to employees। so large companies ਕੀ ਕਰਦੀਆਂ ਨੇ? ਵਧੀਆ confidence ਤੇ pride ਦਿੰਦੀਆਂ ਨੇ ਕਿਉਂਕਿ ਉਹ brand ਦਾ name ਹੁੰਦਾ ਹੈ, right, daily life ਦੇ ਵਿੱਚ। next is career advancement ਦਾ ਮੌਕਾ ਮਿਲੇਗਾ, better job prospectives ਮਿਲਣਗੇ। career advancement means that when a person gets attached to a very big company then ultimately he opens the doors towards a better job perspective, right? That means ਵਧੀਆ career ਦੀ ਤਰਫ ਉਹਦੇ doors ਖੁੱਲ ਜਾਂਦੇ ਨੇ। large companies have almost unlimited profit potential means ਹੁਣ ਦੇਖੋ ਉਹ ਬਿਗ ਕੰਪਨੀ ਅਗਰ ਕੋਈ ਪਰਸਨ ਇੱਕ ਵਧੀਆ ਕੰਪਨੀ ਦੇ ਨਾਲ ਜੁੜਦਾ ਤਾਂ ਉਹਦੇ ਅੱਗੇ ਦੇ ਅੱਗੇ ਸਕੋਪਸ ਖੁੱਲ ਜਾਂਦੇ ਆ, ਰਾਈਟ। large companies give more exposure to individuals। so ਆਪਾਂ ਇੱਥੇ ਪ੍ਰੋਫਿਟ ਦੀ ਗੱਲ ਕੀਤੀ ਦੈਨ ਆਪਾਂ ਐਕਸਪੋਜ਼ਰ ਦੀ ਵੀ ਗੱਲ ਕਰ ਸਕਦੇ ਹਾਂ। that large companies give more exposure। exposure means experience। ਅਲੱਗ-ਅਲੱਗ ਤਰੀਕੇ ਦੇ ਐਕਸਪੀਰੀਅੰਸ ਹੋ ਸਕਦੇ ਨੇ in terms of various kind of skill development, management skill, team building skill, communication skills। so ਤੁਸੀਂ ਅਲੱਗ-ਅਲੱਗ ਤਰੀਕੇ ਦੀ ਸਕਿੱਲਸ ਦੇ ਵਿੱਚ ਇੰਕਲੂਡ ਕਰ ਸਕਦੇ ਹੋ। next is individuals can work in distinct departments on various posts such as managers, supervisors, HR, etc। so next point advantage ਦਾ ਕੀ ਹੋ ਗਿਆ ਆਪਣੇ ਕੋਲੇ? individuals can work in distinct mean different departments, ਅਲੱਗ-ਅਲੱਗ ਪੋਸਟ ਤੇ ਜਿੱਦਾਂ ਕਿ ਮੈਨੇਜਰ, ਸੁਪਰਵਾਈਜ਼, HR। ਛੋਟੇ
ਜੋ ਛੋਟੇ ਬਿਜ਼ਨੈਸਸ ਹੈ ਉਹਦੇ ਵਿੱਚ ਇਹ ਸਾਰੀ ਪੋਸਟ ਨਹੀਂ ਹੁੰਦੀ ਮੇਨਲੀ। ਨੈਕਸਟ, ਦੇ ਕੈਨ ਇਨਹੈਂਸ देयर वर्किंग ਲੈਵਲ ਐਂਡ ਬਿਹੇਵੀਅਰ ਐਬਿਲਿਟੀ। ਅਗਰ ਕੋਈ ਪਰਸਨ ਬਿਗ ਬਿਜ਼ਨਸ ਦਾ ਪਾਰਟ ਬਣਦਾ ਹੈ ਤਾਂ ਉਹ ਕੀ ਕਰ ਸਕਦਾ ਹੈ, ਉਹਨਾਂ ਦਾ ਵਰਕਿੰਗ ਲੈਵਲ ਵਧੇਗਾ ਪਲੱਸ ਉਹਨਾਂ ਦੇ ਬਿਹੇਵੀਅਰ ਐਬਿਲਿਟੀ ਵਧੇਗੀ। ਦੈਟ ਮੀਨਸ ਉਹਨਾਂ ਨੂੰ ਮੈਨਰਸ ਆਏਗੀ, ਐਥੀਕਲ ਮੋਰਲ ਕੰਡਕਟ। ਕੰਡਕਟ ਦਾ ਮਤਲਬ ਕੀ ਹੁੰਦਾ ਹੈ, ਬਿਹੇਵੀਅਰ ਨੂੰ ਹੀ ਆਪਾਂ ਕੰਡਕਟ ਵੀ ਕਹਿ ਸਕਦੇ ਹਾਂ, CONDUCT। ਸੋ ਇਹ ਆਪਣੇ ਸਾਰੇ ਐਡਵਾਂਟੇजेस ਕਵਰ ਹੋ ਗਏ, ਜਿਹਦੇ ਵਿੱਚ ਮੈਂ ਤੁਹਾਨੂੰ ਕਾਫੀ ਸਾਰੇ ਪੁਆਇੰਟਸ ਕਵਰ ਕੀਤੇ ਪਲੱਸ ਵੋਕੈਬਲਰੀਜ਼ ਕਵਰ ਕੀਤੀਆਂ। ਇਹ ਤੁਸੀਂ ਰਾਈਟ ਡਾਊਨ ਕਰ ਸਕਦੇ ਹੋ ਕਿਤੇ ਇੱਕ ਪਾਰਟਿਕੂਲਰ ਪੇਜ ਤੇ ਜਾਂ ਇੱਕ ਨੋਟਬੁੱਕ ਤੇ। ਨੈਕਸਟ ਇਜ਼ ਡਿਸਐਡਵਾਂਟੇजेस। ਸਭ ਤੋਂ ਪਹਿਲੇ ਡਿਸਐਡਵਾਂਟੇਜ ਹੈ ਹਾਈ ਐਟ੍ਰਿਸ਼ਨ ਸਾਈਕਲ। ਅਗਰ ਕੋਈ ਪਰਸਨ ਇੱਕ ਵੱਡੀ ਕੰਪਨੀ ਦਾ ਪਾਰਟ ਬਣਦਾ ਹੈ ਤਾਂ ਉਹਦੇ ਵਿੱਚ ਉਹਨੂੰ ਕਦੇ ਵੀ ਕੱਢਿਆ ਜਾ ਸਕਦਾ ਹੈ। ਹਾਈ ਐਟ੍ਰਿਸ਼ਨ ਸਾਈਕਲ ਮੀਨਸ ਦ ਪ੍ਰੋਸੈਸ ਆਫ ਰਿਡਿਊਸਿੰਗ ਸਮਥਿੰਗਸ strength or effectiveness। ਕਿਸੇ ਵੀ ਪਰਸਨ ਨੂੰ ਕਮਜ਼ੋਰ ਕਰ ਦੇਣਾ, that means ਕੱਢ ਦੇਣਾ ਜੌਬ ਤੋਂ। attrition ਦਾ ਮਤਲਬ ਹੁੰਦਾ ਹੈ ਕੋਈ ਵੀ ਪਰਸਨ ਨੂੰ ਜੌਬ ਤੋਂ ਕੱਢ ਦੇਣਾ, ਰਾਈਟ। ਸੋ ਇਹਦੇ ਮੇਜਰ ਡਿਸਐਡਵਾਂਟੇजेस ਨੇ ਲੋਅਰ ਜੌਬ ਸੈਟਿਸਫੈਕਸ਼ਨ। ਹੁਣ ਅਗਰ ਕੋਈ ਪਰਸਨ ਵੱਡੀ ਕੰਪਨੀ 'ਚ ਕੰਮ ਕਰ ਰਿਹਾ, ਨੋ ਡਾਊਟ ਹੀ ਇਜ਼ ਅਰਨਿੰਗ ਅ ਲੋਟ ਆਫ ਮਨੀ, ਬਟ ਉਹਦੇ ਵਿੱਚ ਉਹਦੀ ਜੌਬ ਸੈਟਿਸਫੈਕਸ਼ਨ ਜ਼ਿਆਦਾ ਨਹੀਂ ਹੋਗੀ। it's not possible to grow beyond the specific department one is working in। So ਅਗਰ ਲਾਰਜ ਬਿਜ਼ਨਸ ਵਿੱਚ ਕੰਮ ਕਰ ਰਿਹਾ ਹੈ ਤਾਂ ਪਾਰਟਿਕੂਲਰਲੀ ਇੱਕ ਸਪੈਸੀਫਿਕ ਡਿਪਾਰਟਮੈਂਟ ਦਾ ਹੀ ਪਾਰਟ ਬਣ ਕੇ ਰਹਿ ਜਾਏਗਾ, ਰਾਈਟ। ਇਟਸ ਨਾਟ ਪੋਸੀਬਲ ਫॉर हिम टू grow beyond that particular department। this is what we have discussed in this point। next, life is unusually stressful। ਹੁਣ ਦੇਖੋ ਵੱਡੀ ਕੰਪਨੀ ਦਾ ਪਾਰਟ ਹੈ, ਮੈਂ ਤੁਹਾਨੂੰ ਪਹਿਲਾ ਪੁਆਇੰਟ ਲਿਖੇ ਸੀ ਆਪਾਂ ਟਾਰਗੇਟਸ ਹੁੰਦੇ ਆ, ਸੋ ਤੁਸੀਂ ਉਸ ਦੇ ਅਕੋਰਡਿੰਗ ਤੇ ਪੁਆਇੰਟ ਬਣਾ ਸਕਦੇ ਹੋ। ਲਾਈਫ ਇਜ਼ ਯੂਜੂਅਲੀ ਸਟ੍ਰੈਸਫੁਲ, ਦੇ ਹੈਵ ਟਾਰਗੇਟਸ, ਡੈਡਲਾਈਨਸ, ਹਾਈ ਕੰਪੀਟੀਸ਼ਨ। ਹਰ ਕੋਈ ਇੱਕ ਦੂਜੇ ਦੀ ਪੋਜੀਸ਼ਨ ਲੈਣ ਲਈ ਕਟ ਥਰੋਟ ਕੰਪੀਟੀਸ਼ਨ ਵਿੱਚ ਪੈਂਦਾ ਹੈ। ਕਟ ਥਰੋਟ ਮੀਨਸ ਇੱਕ ਬੰਦੇ ਨੂੰ ਦੂਸਰੇ ਬੰਦੇ ਨਾਲ ਰੀਪਲੇਸ ਕਰਨ ਦੇ ਲਈ ਜੋ ਕੰਪੀਟੀਸ਼ਨ ਹੁੰਦਾ ਉਹਨੂੰ ਕਹਿੰਦੇ ਕਟ ਥਰੋਟ ਕੰਪੀਟੀਸ਼ਨ, ਕਟ ਥਰੋਟ। ਸੋ ਲਾਈਫ ਸਟ੍ਰੈਸਫੁਲ ਹੁੰਦੀ ਹੈ, ਟਾਰਗੇਟਸ ਨੇ, ਡੈਡਲਾਈਨਸ ਨੇ, ਹਾਈ ਕੰਪੀਟੀਸ਼ਨ ਹੈ। ਨੈਕਸਟ, EMPLOYEES ਹੈਵ ਟੂ ਵਰਕ ਫॉर ਲੌਂਗ ਵਰਕਿੰਗ ਆਵਰਸ। ਹੁਣ ਉਹ 9 to 5 ਜੌਬ ਸਾਈਕਲ ਵਿੱਚ ਫਸ ਜਾਂਦੇ ਨੇ, ਸੋ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣਾ ਵਰਕਿੰਗ ਆਵਰਸ ਪਾਣੇ ਪੈਂਦੇ ਆ, ਰਾਈਟ। ਨੈਕਸਟ, ਲੈਕ ਆਫ ਕ੍ਰੀਏਟਿਵਿਟੀ ਔਰ ਇਨੋਵੇਸ਼ਨ। ਹੁਣ ਦੇਖੋ ਇੱਕ ਵੱਡੀ ਕੰਪਨੀ ਆ, ਉਹ ਪ੍ਰੋਪਰ ਪ੍ਰੋਸੈਸ ਦੇ ਅਕੋਰਡਿੰਗ ਹੀ ਚੱਲਦੇ ਨੇ। ਸੋ ਅਗਰ ਕੋਈ ਪਰਸਨ ਕ੍ਰੀਏਟਿਵਲੀ ਜਾਂ ਇਨੋਵੇਟਿਵਲੀ ਕੁਝ ਨਿਊ ਲੈ ਕੇ ਆਣਾ ਚਾਹੁੰਦਾ ਹੈ, ਉਹਦੀ ਉਸਦੇ ਵਿੱਚ ਜ਼ਿਆਦਾ ਗੱਲ ਨਹੀਂ ਮੰਨੀ ਜਾਂਦੀ। ਦੇ ਫੋਲੋ ਸਰਟਨ, ਇਹਦੇ ਨਾਲ ਹੀ ਪੁਆਇੰਟ ਚੱਲ ਰਿਹਾ, ਕ੍ਰੀਏਟਿਵਿਟੀ ਇਨੋਵੇਸ਼ਨ ਉਹਨਾਂ ਦੀ ਐਕਸੈਪਟ ਨਹੀਂ ਹੁੰਦੀ। ਦੇ ਫੋਲੋ ਸਰਟਨ ਸੈਟ ਆਫ ਨॉर्म्स ਔਰ ਰੂਲਸ ਵਿਚ ਕੈਨੋਟ ਬੀ ਚੇਂਜਡ। ਨਾ ਉਹ ਕ੍ਰੀਏਟਿਵਿਟੀ ਆਪਣੀ ਲੈ ਕੇ ਨਹੀਂ ਆ ਸਕਦੇ ਕਿਉਂਕਿ ਉਹਨਾਂ ਨੂੰ ਨॉर्म्स ਮਤਲਬ ਰੂਲਸ, ਕੁਝ ਪੈਟਰਨਸ ਫੋਲੋ ਕਰਦੇ ਨੇ ਔਰ ਉਹਨਾਂ ਪੈਟਰਨਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਬਿਗ ਕੰਪਨੀਜ਼ ਯੂਜੂਅਲੀ ਡਿਸਕਰੇਜ ਥਿੰਕਿੰਗ ਆਊਟਸਾਈਡ ਦ ਬਾਕਸ। ਹੁਣ ਵੱਡੀ ਕੰਪਨੀ ਹੈ, ਉਹ ਪ੍ਰੋਪਰ ਪੈਟਰਨਸ ਫੋਲੋ ਕਰ ਰਹੀ ਹੈ, ਨॉर्म्स ਲੈ ਕੇ ਚੱਲ ਰਹੀ ਹੈ, ਤਾਂ ਉਹ ਆਊਟ ਆਫ ਦੀ ਬਾਕਸ ਮਤਲਬ ਕੁਝ ਨਿਊ ਲੈ ਕੇ, ਕੁਝ ਇਨੋਵੇਟਿਵ ਲੈ ਕੇ ਆਉਣ ਲਈ ਉਹ ਮਨਾ ਕਰਦੇ ਨੇ, ਰਾਈਟ। ਕਿਸੇ ਵੀ ਪਰਸਨ ਨੂੰ ਆਊਟਸਾਈਡ ਦੀ ਬਾਕਸ ਨਹੀਂ ਜਾਣ ਦਿੰਦੇ। They do not want to take any risk, therefore they are less open to adopt a new approach to get the task done। So ਹੁਣ ਕੋਈ ਵੀ ਪਰਸਨ ਜੋ ਹੈ ਉਹ ਬਿਗ ਕੰਪਨੀ ਚ ਪਾਰਟ ਲੈ ਰਿਹਾ ਹੈ, ਉਹ ਕੋਈ ਰਿਸਕ ਲੈਣਾ ਨਹੀਂ ਚਾਹੁੰਦਾ, ਆਪਣੀ ਜੌਬ ਨੂੰ ਲੀਵ ਕਰਨਾ ਨਹੀਂ ਚਾਹੁੰਦਾ, therefore ਉਹ ਅਡਾਪਟ ਹੀ ਨਹੀਂ ਕਰਦੇ ਨਿਊ ਅਪਰੋਚਸ ਨੂੰ, ਉਹ ਜ਼ਿਆਦਾਤਰ ਅਪਣਾਉਂਦੇ ਹੀ ਨਹੀਂ ਨਿਊ ਅਪਰੋਚਸ ਨੂੰ ਔਰ ਆਪਣੇ ਟਾਸਕ ਨੂੰ ਡਨ ਕਰਨ ਲਈ। Next point is narrow range of experience and skills। That means employees are likely to be assigned a specific type of responsibility, so it is hard to get a wide range of experience and competence। So employees ਨੂੰ ਕੀ ਹੁੰਦਾ ਹੈ, ਜ਼ਿਆਦਾਤਰ specific responsibility ਮਿਲਦੀ ਹੈ, ਉਹ ਆਊਟ ਆਫ ਦੀ ਬਾਕਸ ਜਾ ਨਹੀਂ ਸਕਦੇ, ਇਨੋਵੇਟਿਵ ਉਹ ਕੁਝ ਕਰ ਨਹੀਂ ਸਕਦੇ ਔਰ ਉਹਨਾਂ ਦੇ ਕੋਲ ਬਹੁਤ ਛੋਟਾ ਜਿਹਾ ਐਕਸਪੀਰੀਅੰਸ ਤੇ ਕੰਪੀਟੈਂਸੀ ਰਹਿ ਜਾਂਦੀ ਹੈ। ਦੈਟ ਮੀਨਸ ਉਹ ਆਪਣੀ ਐਕਸਪਰਟੀਜ਼ ਜ਼ਿਆਦਾ ਨਹੀਂ ਕਰ ਪਾਉਂਦੇ। So ultimately these are certain disadvantages। So what you will do, ਆਪ ਤੁਸੀਂ ਦੋ ਪੈਰਾਗ੍ਰਾਫ ਬੈਨੀਫਿਟਸ ਦੇ ਬਣਾਓਗੇ ਕਿਉਂਕਿ ਮੇਜਰਲੀ ਆਪਾਂ ਨੂੰ ਇੱਥੇ ਬੈਨੀਫਿਟਸ ਹੀ ਮਿਲ ਰਹੇ ਨੇ। ਤੁਸੀਂ ਇਹ ਸਾਰੇ ਵੋਕੈਬਸ ਜਾਂ ਵਰਡਸ ਯੂਜ਼ ਕਰਕੇ ਦੋ ਪੈਰਾਗ੍ਰਾਫ ਬਣਾ ਕੇ ਕੁਝ ਐਗਜ਼ਾਮਪਲਸ ਵਿੱਚ ਕਵਰ ਅਪ ਕਰ ਸਕਦੇ ਹੋ। ਪਲੱਸ ਉਸ ਦੇ ਬਾਅਦ ਤੁਸੀਂ ਡਿਸਐਡਵਾਂਟੇजेस ਦੇ ਇੱਕ ਪੈਰਾਗ੍ਰਾਫ ਬਣਾਓਗੇ। ਦੈਟ ਮੀਨਸ ਮੇਜਰਲੀ ਤੁਸੀਂ ਐਡਵਾਂਟੇजेस ਐਂਡ ਡਿਸਐਡਵਾਂਟੇਜ ਦਾ ਇੱਕ ਪੈਰਾਗ੍ਰਾਫ ਬਣਾ ਕੇ ਵਾਈਂਡ ਅਪ ਕਰ ਦੋਗੇ, ਕੰਕਲੂਜਨ ਦੇ ਵਿੱਚ ਕਰ ਦੋਗੇ that the disadvantages are clearly overshadowed by the advantages, right? Okay, so this was your task 2, ਜੋ ਕਿ ਤੁਹਾਡੇ ਐਗਜ਼ਾਮ ਦੇ ਪੁਆਇੰਟ ਆਫ View ਤੋਂ ਬਹੁਤ ਇੰਪੋਰਟੈਂਟ ਹੈ ਕਿਉਂਕਿ ਬਿਜ਼ਨਸ, ਏਮਪਲੋਇਮੈਂਟ, ਐਜੂਕੇਸ਼ਨ ਇਹ ਸਾਰੇ ਟੌਪਿਕਸ ਬਹੁਤ ਇੰਪੋਰਟੈਂਟ ਹੁੰਦੇ ਨੇ ਔਰ ਤੁਸੀਂ ਅਗਰ ਇਹਨਾਂ ਦੇ ਰਿਲੇਟਡ ਵੋਕੈਬਸ ਕਵਰ ਕਰੋਗੇ ਤਾਂ ਤੁਹਾਡੇ ਲਈ ਫਾਇਦੇਮੰਦ ਹੋਏਗਾ। ਥੈਂਕਸ ਫॉर ਵਾਚਿੰਗ ਦਿਸ ਵੀਡੀਓ।
ਮੈਂ ਨੈਕਸਟ ਲੈਕਚਰ ਦੇ ਵਿੱਚ ਨੈਕਸਟ ਟੌਪਿਕ ਕਵਰ ਕਰੂੰਗੀ। ਥੈਂਕ ਯੂ ਸੋ ਮਚ।